गुरु तेग बहादुर जी। गुरु तेग बहादुर जी ने सन 1664 ਵਿੱਚ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ। ਉਹ ਇਸ ਤੋਂ ਪਹਿਲਾਂ ਹੀ ਸਿੱਖ ਧਰਮ ਦੇ ਪ੍ਰਚਾਰ ਵਿੱਚ ਜੁਟੇ ਹੋਏ ਸਨ ਅਤੇ ਉਹਨਾਂ ਨੇ ਪੂਰਬੀ ਭਾਰਤ ਦਾ ਇੱਕ ਲੰਮਾ ਪ੍ਰਚਾਰ ਦੌਰਾ ਕੀਤਾ ਸੀ। ਇਸ ਦੌਰੇ ਵਿੱਚ ਆਪ ਕੁਰੂਕਸ਼ੇਤਰ, ਦਿੱਲੀ, ਮਥੁਰਾ, ਆਗਰਾ, ਇਲਾਹਾਬਾਦ ਅਤੇ ਪਟਨਾ ਗਏ। ਵਾਪਸੀ ਤੇ ਆਪ ਦਿੱਲੀ ਵਿਖੇ ਗੁਰੂ ਹਰਕ੍ਰਿਸ਼ਨ ਜੀ ਨੂੰ 21 ਮਾਰਚ 1664 ਨੂੰ ਮਿਲੇ ਸਨ। ਉੱਥੋਂ ਬਕਾਲਾ ਆ ਗਏ। ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਮਗਰੋਂ ਆਪ ਨੇ ਚੱਕ ਨਾਨਕੀ ਅਨੰਦਪੁਰ ਸਾਹਿਬ ਦੀ ਨੀਂਹ ਰੱਖੀ ਤੇ ਅਕਤੂਬਰ 1665 ਵਿੱਚ ਪ੍ਰਚਾਰ ਯਾਤਰਾ ਤੇ ਨਿਕਲ ਪਏ। ਉਹਨਾਂ ਨੂੰ ਧਮਧਾਨ, ਜ਼ਿਲ੍ਹਾ ਜੀਂਦ, ਹਰਿਆਣਾ ਤੋਂ 8 ਨਵੰਬਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਉਦੋਂ ਰਾਜਾ ਜੈ ਸਿੰਘ ਦੀ ਰਾਣੀ ਪੁਸ਼ਪਾ ਦੇ ਯਤਨਾਂ ਨਾਲ ਦਸੰਬਰ ਦੇ ਅੱਧ ਵਿੱਚ ਰਿਹਾਈ ਹੋਈ। ਦਿੱਲੀ ਤੋਂ ਹਰਿਦੁਆਰ, ਮਥੁਰਾ, ਆਗਰਾ, ਕਾਨਪੁਰ, ਇਲਾਹਾਬਾਦ, ਬਨਾਰਸ, ਗਿਆ ਹੁੰਦੇ ਹੋਏ ਆਪ ਪਟਨਾ ਪੁੱਜੇ। ਪਟਨਾ ਤੋਂ ਢਾਕਾ, ਬੰਗਲਾਦੇਸ਼ ਤੇ ਉੱਥੋਂ ਆਸਾਮ ਦੇ ਇਲਾਕੇ ਵਿੱਚ ਗਏ। ਧੂਬੜੀ ਵਿਖੇ ਰਾਜਾ ਰਾਮ ਸਿੰਘ ਅਤੇ ਅਹੋਮੀ ਕਬੀਲੇ ਦੇ ਸਰਦਾਰ ਚੱਕਰਧਵਜ ਵਿੱਚ ਸੁਲਾਹ ਕਰਵਾਈ। ਇਹਨਾਂ ਦਿਨਾਂ ਵਿੱਚ ਔਰੰਗਜ਼ੇਬ ਨੇ ਹਿੰਦੂਆਂ ਤੇ ਅਤਿਆਚਾਰਾਂ ਦਾ ਚੱਕਰ ਚਲਾ ਦਿੱਤਾ। ਪੁਰਾਣੇ ਮੰਦਰ ਢਾਹ ਦਿੱਤੇ ਗਏ, ਵਿਦਿਆਲੇ ਬੰਦ ਕਰ ਦਿੱਤੇ ਗਏ, ਮੇਲਿਆਂ ਤੇ ਪਾਬੰਦੀ ਲੱਗ ਗਈ। ਗੁਰੂ ਜੀ ਵਾਪਸ ਪੰਜਾਬ ਨੂੰ ਪਰਤੇ ਤੇ ਪਹਿਲਾਂ ਪਟਨਾ ਆਏ। ਰਸਤੇ ਵਿੱਚ ਉਹਨਾਂ ਨੇ ਸਰਕਾਰੀ ਅਤਿਆਚਾਰਾਂ ਦਾ ਧੀਰਜ ਨਾਲ ਮੁਕਾਬਲਾ ਕਰਨ ਦਾ ਉਪਦੇਸ਼ ਦਿੱਤਾ। ਆਪ ਖਾਸ ਕਰਕੇ ਭੈ ਕਾਹੂ ਕੋ ਦੇਤ ਨਾਹੀ, ਨਹਿ ਭੈ ਮਾਨਤ ਆਨ ਦਾ ਪ੍ਰਚਾਰ ਕਰ ਰਹੇ ਸਨ। ਆਪ ਦੇ ਉਪਦੇਸ਼ਾਂ ਨੂੰ ਸਰਕਾਰ ਬਾਗੀ ਕਾਰਵਾਈ ਸਮਝਦੀ ਸੀ। ਇਸ ਲਈ ਆਗਰੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਦਿੱਲੀ ਲਿਆਂਦੇ ਗਏ। ਲਗਭਗ 2.5 ਮਹੀਨੇ ਦੀ ਨਜ਼ਰਬੰਦੀ ਮਗਰੋਂ ਔਰੰਗਜ਼ੇਬ ਦੇ ਰਿਸ਼ਤੇਦਾਰ ਅਤੇ ਆਪਣੇ ਸ਼ਰਧਾਲੂ ਸੈਫ ਖਾਨ ਦੀ ਸਹਾਇਤਾ ਨਾਲ ਰਿਹਾ ਹੋਏ। ਉੱਥੋਂ ਬਕਾਲੇ ਆਏ। ਬਕਾਲੇ ਸਾਲ ਕੁ ਰਹਿਣ ਮਗਰੋਂ 1672 ਦੇ ਆਰੰਭ ਵਿੱਚ ਚੱਕ ਨਾਨਕੀ ਅਨੰਦਪੁਰ ਸਾਹਿਬ ਪੁੱਜੇ। 25 ਮਈ 1675 ਨੂੰ ਕਸ਼ਮੀਰੀ ਪੰਡਤ ਫਰਿਆਦੀ ਹੋਏ ਤੇ ਉਹਨਾਂ ਨੇ ਧਰਮ ਦੀ ਰੱਖਿਆ ਕੀਤੀ ਜਾਵੇ। ਪੰਡਤਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਜਾਣ ਤਾਂ ਅਸੀਂ ਆਪੇ ਹੀ ਮੁਸਲਮਾਨ ਬਣ ਜਾਵਾਂਗੇ। 8 ਜੁਲਾਈ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਸੌਂਪੀ ਤੇ 10 ਜੁਲਾਈ ਨੂੰ ਸ਼ਹੀਦੀ ਯਾਤਰਾ ਤੇ ਤੁਰ ਪਏ। ਗ੍ਰਿਫਤਾਰ ਕਰਕੇ ਦਿੱਲੀ ਲਿਆਂਦੇ ਗਏ। ਉਹਨਾਂ ਦੇ ਨਾਲ 3 ਸਿੱਖ, ਭਾਈ ਮਤੀ ਦਾਸ, ਭਾਈ ਦਿਆਲਾ ਤੇ ਭਾਈ ਸਤੀ ਦਾਸ ਜੀ ਵੀ ਗ੍ਰਿਫਤਾਰ ਕੀਤੇ ਗਏ। ਸਰਕਾਰ ਦੇ ਲਾਲਚਾਂ, ਡਰਾਵਿਆਂ, ਖੌਫਨਾਕ ਤਸੀਹਿਆਂ ਦੇ ਬਾਵਜੂਦ ਕਿਸੇ ਨੇ ਵੀ ਧਰਮ ਨਾ ਬਦਲਿਆ। ਅੰਤ 11 ਨਵੰਬਰ 1675 ਨੂੰ ਸ਼ਹੀਦੀਆਂ ਹੋਈਆਂ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ, ਭਾਈ ਦਿਆਲਾ ਜੀ ਨੂੰ ਪਾਣੀ ਵਿੱਚ ਉਬਾਲ ਕੇ ਤੇ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ। ਉਹਨਾਂ ਤੋਂ ਮਗਰੋਂ ਗੁਰੂ ਤੇਗ ਬਹਾਦਰ ਜੀ ਨੂੰ ਵੀ ਸ਼ਹੀਦ ਕੀਤਾ ਗਿਆ। ਗੁਰੂ ਜੀ ਨੇ ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦੀ ਦਿੱਤੀ। ਉਹਨਾਂ ਦੀ ਸ਼ਹੀਦੀ ਦੀ ਵਿਸ਼ੇਸ਼ ਮਹਾਨਤਾ ਹੈ ਕਿ ਉਹਨਾਂ ਨੇ ਉਸ ਧਰਮ ਲਈ ਸ਼ਹੀਦੀ ਦਿੱਤੀ ਜਿਸ ਵਿੱਚ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਸੀ। ਗੁਰੂ ਗੋਬਿੰਦ ਸਿੰਘ ਜੀ 9 ਵਰ੍ਹਿਆਂ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ। ਉਸ ਵੇਲੇ ਸਿੱਖ ਲਹਿਰ ਦੇ ਕਈ ਵਿਰੋਧੀ ਸਨ, ਜਿਵੇਂ ਸਮੇਂ ਦੀ ਸਰਕਾਰ, ਬ੍ਰਾਹਮਣ, ਨਕਸ਼ਬੰਦੀ ਫਿਰਕੇ ਦੀ ਸੋਚ ਵਾਲੇ ਮੁਸਲਮਾਨ, ਗੁਰੂ ਬਣਨ ਦੇ ਕਈ ਚਾਹਵਾਨ, ਭ੍ਰਿਸ਼ਟ ਮਸੰਦ ਆਦਿ ਲੋਕ। ਗੁਰੂ ਜੀ ਨੇ ਸਾਰੀਆਂ ਮੁਸ਼ਕਲਾਂ ਇੱਕ-ਇੱਕ ਕਰਕੇ ਪਾਰ ਕਰ ਲਈਆਂ ਅਤੇ ਵਿਰੋਧੀ ਦੰਗ ਰਹਿ ਗਏ। ਆਪ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਾਰਨ ਕੋਈ ਨਿਰਾਸ਼ਤਾ ਨਾ ਆਉਣ ਦਿੱਤੀ। ਇਸ ਉਦੇਸ਼ ਨੂੰ ਹਾਸਲ ਕਰਨ ਲਈ ਆਪ ਨੇ ਅਨੰਦਪੁਰ ਸਾਹਿਬ ਵਿੱਚ ਅਨੇਕਾਂ ਸਰਗਰਮੀਆਂ ਕਰ ਦਿੱਤੀਆਂ। ਅਨੰਦਪੁਰ ਸਾਹਿਬ ਨੂੰ ਗੁਰਮਤਿ ਸੰਗੀਤ, ਧਰਮ ਵਿਦਿਆ, ਸ਼ਸਤਰ ਵਿਦਿਆ ਅਤੇ ਸਾਹਿਤ ਦਾ ਕੇਂਦਰ ਬਣਾਇਆ। ਸੰਗਤਾਂ ਦੇ ਨਾਂ ਹੁਕਮਨਾਮੇ ਭੇਜੇ ਕਿ ਜਿਨ੍ਹਾਂ ਨੇ ਭੇਟਾਵਾਂ ਲਿਆਉਣੀਆਂ ਹੋਣ ਉਹ ਘੋੜੇ ਅਤੇ ਹਥਿਆਰ ਲੈ ਕੇ ਆਉਣ। ਸੰਗਤਾਂ ਵੱਲੋਂ ਆਈਆਂ ਸੁਗਾਤਾਂ, ਵਧੀਆ ਘੋੜੇ, ਹਾਥੀ, ਪਸ਼ਮੀਨੇ ਦੀ ਚਾਨਣੀ ਆਦਿ ਨੇ ਆਪ ਦੇ ਦਰਬਾਰ ਨੂੰ 4 ਚੰਨ ਲਾ ਦਿੱਤੀ। ਸ਼ਸਤਰਾਂ ਦੇ ਅਭਿਆਸ, ਸ਼ਿਕਾਰ ਨੂੰ ਜਾਣਾ, ਰਣਜੀਤ ਨਗਾਰੇ ਦਾ ਵੱਜਣਾ ਅਤੇ ਗੁਰੂ ਜੀ ਦੇ ਦਰਬਾਰ ਵਿੱਚ ਸੱਜ ਧੱਜ ਕੇ ਬੈਠਣ ਨਾਲ ਸਿੱਖਾਂ ਨੂੰ ਚੜ੍ਹਦੀ ਕਲਾ ਦੇ ਹੁਲਾਰੇ ਆਉਣ ਲੱਗੇ। ਇਸ ਕਾਰਨ ਪਹਾੜੀ ਰਾਜੇ ਈਰਖਾ ਕਰਨ ਲੱਗ ਪਏ। ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨੂੰ ਤਾਕਤ ਦੇ ਬਲ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ।
ਪਾਉਂਟਾ ਸਾਹਿਬ ਤੋਂ ਕੁਝ ਦੂਰੀ ਤੇ ਭੰਗਾਣੀ ਦੇ ਅਸਥਾਨ ਤੇ ਸਤੰਬਰ 1688 ਵਿੱਚ ਪਹਾੜੀਆਂ ਦੀਆਂ ਮਿਲਵੀਆਂ ਫੌਜਾਂ ਨੇ ਸਿੱਖਾਂ ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਪਹਾੜੀ ਰਾਜੇ ਬੁਰੀ ਤਰ੍ਹਾਂ ਹਾਰੇ ਤੇ ਸਿੱਖ ਫੌਜਾਂ ਦੇ ਹੌਸਲੇ ਬੁਲੰਦ ਹੋਏ। ਸਤਿਗੁਰ ਜੀ ਆਨੰਦਪੁਰ ਸਾਹਿਬ ਆ ਗਏ। ਇੱਥੇ ਆ ਕੇ ਉਹਨਾਂ ਨੇ ਆਨੰਦਪੁਰ ਦੀ ਰੱਖਿਆ ਲਈ ਨਿਰਮੋਹਗੜ੍ਹ, ਹੋਲਗੜ੍ਹ, ਲੋਹਗੜ੍ਹ, ਫਤਿਹਗੜ੍ਹ, ਕੇਸਗੜ੍ਹ ਅਤੇ ਆਨੰਦਗੜ੍ਹ ਆਦਿ ਕਿਲ੍ਹੇ ਉਸਾਰੇ। ਹੋਲੀ ਦੇ ਤਿਉਹਾਰ ਦੀ ਥਾਂ ਹੋਲਾ ਮਹੱਲਾ ਆਰੰਭ ਕੀਤਾ। ਜਿਸ ਦਿਨ ਹਥਿਆਰਾਂ ਦੇ ਕਰਤੱਵ ਦਿਖਾਏ ਜਾਂਦੇ ਤੇ ਸਿੱਖ ਸ਼ਕਤੀ ਦਾ ਵਿਖਾਵਾ ਕੀਤਾ ਜਾਂਦਾ, ਆਨੰਦਪੁਰ ਸਾਹਿਬ ਵਿਖੇ ਉਹਨਾਂ ਨੂੰ ਲਗਭਗ 14 ਛੋਟੀਆਂ ਵੱਡੀਆਂ ਲੜਾਈਆਂ ਲੜਨੀਆਂ ਪਈਆਂ। ਇਸ ਦੇ ਮਗਰੋਂ ਚਮਕੌਰ ਸਾਹਿਬ ਅਤੇ ਖਿਦਰਾਣਾ ਵਿਖੇ ਜੰਗ ਹੋਏ। ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਲਗਭਗ 20 ਜੰਗ ਕੀਤੇ। ਭਾਵੇਂ ਗੁਰੂ ਸਾਹਿਬ ਨੂੰ ਬਾਰ-ਬਾਰ ਜੰਗਾਂ ਵਿੱਚ ਉਲਝਣਾ ਪਿਆ, ਤਾਂ ਵੀ ਉਹਨਾਂ ਧਰਮ ਪ੍ਰਚਾਰ ਵੱਲ ਪੂਰਾ ਧਿਆਨ ਦਿੱਤਾ। ਉਹਨਾਂ ਖੁਦ ਗੁਰਬਾਣੀ ਰਚੀ ਤੇ ਕਵੀਆਂ ਤੋਂ ਧਾਰਮਿਕ ਸਾਹਿਤ ਲਿਖਵਾਇਆ। ਧਰਮ ਪ੍ਰਚਾਰ ਲਈ ਉਹ ਰਵਾਲਸਰ ਅਤੇ ਕਪਾਲ ਮੋਚਨ ਆਦਿਕ ਹਿੰਦੂ ਤੀਰਥਾਂ ਤੇ ਗਏ। 1694 ਵਿੱਚ ਆਪ ਪਰਿਵਾਰ ਸਿੱਖ ਸੰਗਤਾਂ, ਪ੍ਰਚਾਰਕਾਂ, ਢਾਡੀਆਂ, ਸੈਨਿਕਾਂ ਤੇ ਜੰਗੀ ਸਮਾਨ ਸਮੇਤ ਹਰਿਦੁਆਰ ਗਏ। 1702 ਵਿੱਚ ਆਪ ਨੇ ਮਾਲਵੇ ਦਾ ਦੌਰਾ ਕੀਤਾ। ਲੱਖੀ ਜੰਗਲ ਦੇ ਇਲਾਕਿਆਂ ਤਲਵੰਡੀ ਸਾਬੋ ਹੋ ਕੇ ਕੁਰੂਕਸ਼ੇਤਰ ਗਏ। ਇਵੇਂ ਹੀ ਮੁਕਤਸਰ ਦੀ ਜੰਗ ਮਗਰੋਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਪ੍ਰਚਾਰ ਕੀਤਾ। ਤਲਵੰਡੀ ਸਾਬੋ ਨਿਵਾਸ ਸਮੇਂ ਵੀ ਆਪ ਕਈ ਵਾਰ ਪਿੰਡਾਂ ਵਿੱਚ ਗਏ। ਆਪ ਨੇ ਪ੍ਰਚਾਰ ਸਦਕਾ ਤਲਵੰਡੀ ਸਾਬੋ ਦਮਦਮਾ ਸਾਹਿਬ ਵਿਖੇ 1,20,000 ਪ੍ਰਾਣੀ ਅੰਮ੍ਰਿਤ ਛਕ ਕੇ ਸਿੰਘ ਸਜੇ। ਇੱਥੇ ਹੀ ਭਾਈ ਮਨੀ ਸਿੰਘ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ। ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਬੀੜ ਦੇ ਉਤਾਰਿਆਂ ਵਿੱਚ ਸ਼ਰਾਰਤੀ ਲੋਕਾਂ ਨੇ ਕੁਝ ਅਦਲਾ ਬਦਲੀ ਕਰ ਦਿੱਤੀ ਸੀ। ਇਸ ਲਈ ਉਸ ਬੀੜ ਦਾ ਇੱਕ ਉਤਾਰਾ ਗੁਰੂ ਜੀ ਨੇ ਆਪਣੀ ਨਿਗਰਾਨੀ ਵਿੱਚ ਕਰਵਾਇਆ, ਜਿਸ ਲਈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਦਰਜ ਕਰ ਦਿੱਤੀ। ਇਸੇ ਨੂੰ ਦਮਦਮੀ ਬੀੜ ਕਿਹਾ ਗਿਆ। ਇਸੇ ਦੇ ਉਤਾਰੇ ਕਰਵਾ ਕੇ ਬਾਬਾ ਦੀਪ ਸਿੰਘ ਜੀ ਨੇ ਤਖਤਾਂ ਤੇ ਭਿਜਵਾਏ ਸਨ। ਗੁਰੂ ਰਾਮਦਾਸ ਜੀ ਨੇ ਮਸੰਦ ਸਿਲਸਿਲਾ ਆਰੰਭ ਕੀਤਾ ਸੀ। ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਅਤੇ ਸਿੱਖ ਸੰਗਠਨ ਦੀ ਮਜ਼ਬੂਤੀ ਵਿੱਚ ਮਸੰਦਾਂ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ, ਪਰ ਸਮਾਂ ਪਾ ਕੇ ਇਹ ਭ੍ਰਿਸ਼ਟ ਹੋ ਗਏ। ਦਸਮ ਪਾਤਸ਼ਾਹ ਨੇ ਸਿੱਖਾਂ ਵੱਲੋਂ ਸ਼ਿਕਾਇਤਾਂ ਪੁੱਜਣ ਕਰਕੇ 1698 ਦੀ ਵਿਸਾਖੀ ਨੂੰ ਮਸੰਦ ਸਿਲਸਿਲਾ ਖਤਮ ਕਰ ਦਿੱਤਾ। ਦਸਵੇਂ ਪਾਤਸ਼ਾਹ ਜੀ ਦਾ ਸਭ ਤੋਂ ਮਹਾਨ ਕਾਰਜ ਖਾਲਸਾ ਪੰਥ ਦੀ ਸਿਰਜਣਾ ਸੀ, ਜੋ ਉਹਨਾਂ ਨੇ 30 ਮਾਰਚ 1699 ਨੂੰ ਕੀਤੀ। ਹਜ਼ੂਰੀ ਕਵੀ ਸੈਨਾਪਤੀ ਇਸ ਦਾ ਮਨੋਰਥ ਇੰਜ ਦੱਸਦੇ ਹਨ: असुर संगारबे को, दुर्जन के मारबे को, संकट निबारबे को खालसा बनायो है। ਹੁਣ ਗੁਰੂ ਵਿਚਾਰਧਾਰਾ ਦੇ ਨਾਲ-ਨਾਲ ਸਿੱਖਾਂ ਦਾ ਸਰੂਪ ਵੀ ਵਿਲੱਖਣ ਹੋ ਗਿਆ। ਸਿੱਖ ਸੰਗਠਨ ਹੋਰ ਮਜ਼ਬੂਤ ਹੋਇਆ। ਖਾਲਸਾ ਪੰਥ ਦੀ ਸਿਰਜਣਾ ਨੇ ਗੁਰੂ ਦੇ ਇਤਿਹਾਸ ਨੂੰ ਨਵੀਂ ਸੇਧ ਦਿੱਤੀ। ਸਰਕਾਰੀ ਜ਼ੁਲਮ ਸਹਿੰਦਿਆਂ ਸਿੱਖ ਸੰਘਰਸ਼ ਕਰਦੇ ਰਹੇ ਤੇ ਅੰਤ ਵਿੱਚ ਰਾਜ ਕਾਇਮ ਕਰਕੇ ਪੰਜਾਬ ਦੀ ਹੋਣੀ ਦੇ ਮਾਲਕ ਬਣੇ। ਲੋਕ ਹਿੱਤਾਂ ਲਈ ਆਪਣਾ ਸਾਰਾ ਪਰਿਵਾਰ ਵਾਰਨ ਕਰਕੇ ਦਸਮ ਗੁਰੂ ਜੀ ਨੂੰ ਸਰਬੰਸ ਸਦਾਨੀ ਕਿਹਾ ਜਾਂਦਾ ਹੈ। ਪਹਿਲਾਂ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ। ਫਿਰ ਉਹਨਾਂ ਦੇ ਦੋ ਵੱਡੇ ਸਪੁੱਤਰ ਸਾਹਿਬਜ਼ਾਦੇ ਚਮਕੌਰ ਵਿਖੇ ਜੰਗ ਲੜਦਿਆਂ ਸ਼ਹੀਦ ਹੋ ਗਏ ਤੇ ਛੋਟੇ ਸਾਹਿਬਜ਼ਾਦੇ ਸਰਹੰਦ ਵਿਖੇ ਤਸੀਹੇ ਦੇ ਕੇ ਤੇ ਸ਼ਹੀਦ ਕਰ ਦਿੱਤੇ ਗਏ। ਇੱਥੇ ਹੀ ਗੁਰੂ ਜੀ ਦੇ ਮਾਤਾ ਜੀ ਮਾਤਾ ਗੁਜਰੀ ਜੀ ਨੇ ਪ੍ਰਾਣ ਤਿਆਗ ਦਿੱਤੇ। ਖਿਆਲ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਠੰਡੇ ਬੁਰਜ ਉੱਪਰੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਗਿਆ ਸੀ। ਇਸ ਦੇ ਮਗਰੋਂ ਗੁਰੂ ਜੀ ਨੇ ਔਰੰਗਜ਼ੇਬ ਨੂੰ ਦੀਨੇ ਪਿੰਡ ਤੋਂ ਫਾਰਸੀ ਭਾਸ਼ਾ ਵਿੱਚ ਆਪਣਾ ਜਗਤ ਪ੍ਰਸਿੱਧ ਪੱਤਰ ਜਫਰਨਾਮਾ ਭੇਜਿਆ। ਉਸ ਵਿੱਚ ਬਾਦਸ਼ਾਹ ਨੂੰ ਖਰੀਆਂ ਸੁਣਾਈਆਂ। ਬਾਦਸ਼ਾਹ ਦੇ ਮਨ ਤੇ ਡੂੰਘਾ ਅਸਰ ਹੋਇਆ। ਗੁਰੂ ਜੀ ਨੇ ਬਹਾਦਰ ਸ਼ਾਹ ਦੀ ਆਪਣੇ ਭਰਾ ਆਜ਼ਮ ਨਾਲ ਜੰਗ ਸਮੇਂ ਜਾਂਜੋ ਵਿਖੇ ਆਪਣੇ ਫੌਜੀ ਭੇਜ ਕੇ ਸਹਾਇਤਾ ਕੀਤੀ। ਉਸ ਦੀ ਜਿੱਤ ਹੋਈ ਤੇ ਭਾਰਤ ਦਾ ਬਾਦਸ਼ਾਹ ਬਣਿਆ। ਉਸਨੇ 23 ਜੁਲਾਈ ਸੰਨ 1707 ਨੂੰ ਆਗਰੇ ਵਿਖੇ ਗੁਰੂ ਜੀ ਦਾ ਸਨਮਾਨ ਕੀਤਾ। ਉਸ ਦੇ ਨਾਲ ਹੀ ਦੱਖਣ ਵੱਲ ਚਲੇ ਗਏ। ਨੰਦੇੜ ਵਿਖੇ ਆਪ 22-23 ਸਾਲਾਂ ਤੋਂ ਸ਼ਾਂਤੀ ਲਈ ਭਟਕਦੇ ਮਾਧੋਦਾਸ ਵੈਰਾਗੀ ਸਾਧੂ ਨੂੰ 3 ਸਤੰਬਰ 1708 ਨੂੰ ਮਿਲੇ। ਕੁਝ ਹੀ ਦਿਨਾਂ ਵਿੱਚ ਉਸ ਦੀ ਕਾਇਆ ਕਲਪ ਕਰ ਦਿੱਤੀ। ਉਸ ਨੂੰ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਦਾ ਨਾਮ ਦਿੱਤਾ ਤੇ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਭੇਜਿਆ। ਨੰਦੇੜ ਵਿਖੇ ਹੀ ਗੁਰੂ ਜੀ ਤੇ ਇੱਕ ਪਠਾਨ ਨੇ ਜਦੋਂ ਉਹ ਆਰਾਮ ਕਰ ਗਏ ਸਨ, ਛੁਰੇ ਨਾਲ ਵਾਰ ਕੀਤਾ।
ਉਸ ਨੂੰ ਗੁਰੂ ਜੀ ਨੇ ਅਤੇ ਉਸ ਦੇ ਸਾਥੀ ਨੂੰ ਸਿੰਘਾਂ ਨੇ ਮਾਰ ਬੁਲਾਇਆ। ਕੁਝ ਦਿਨਾਂ ਮਗਰੋਂ 7 ਅਕਤੂਬਰ ਸੰਨ 1708 ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ। ਇਸ ਤੋਂ ਇੱਕ ਦਿਨ ਪਹਿਲਾਂ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਖਾਲਸਾ ਪੰਥ ਨੂੰ ਸਾਂਝੇ ਤੌਰ ਤੇ ਗੁਰਿਆਈ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।